ਮੈਨੂੰ ਅਲਫ ਨੰਗਾ ਕਰਕੇ ਜੀ ਹੱਥ ਮੇਰੇ ਪਿੱਛੇ ਬੰਨ੍ਹ ਲਏ ਜੀ ਡੱਬੀ ਵਾਲੇ ਪਰਨੇ ਨਾਲ, ਬਾਲ ਮੇਰੇ ਖੋਲ ਕੇ ਸਰ ਪਹਿਲਾਂ ਤਾਂ ਡਾਂਗਾ ਮਾਰੀਆਂ ਜੀ ਪੈਰਾਂ ਤੇ ਮੇਰੇ, ਫਿਰ ਮੈਨੂੰ ਕਹਿੰਦੇ ਭੱਜ, ਤੁਰ ਨਹੀਂ ਹੁੰਦਾ ਜੀ, ਫਿਰ ਮੇਰੇ ਡਾਂਗਾ ਮਾਰਦੇ ਸੀਗੇ ਜੀ। ਕਹਿੰਦੇ ਤੂੰ ਮੂਡ ਖਰਾਬ ਕਰਤਾ, ਕਹਿੰਦੇ ਅੱਜ ਸਾਡਾ ਦਾਰੂ ਪੀਤੀ ਸੀਗੀ ਸਾਰੇ ਜਣਿਆਂ ਦੀ ਇਹਨਾਂ। ਅਲਫ ਨੰਗਾ ਕਰਕੇ ਜੀ ਬਾਲ ਖੋਲ ਕੇ ਮੇਰੇ ਬਾਲ ਥੱਲੇ ਮੇਰੇ ਜੁੱਤੀਆਂ ਮਾਰਦੇ ਰਹੀ ਸਿਰ ਦੇ ਵਿੱਚ, ਸਿਰ 'ਚ ਫਿਰ ਮੈਨੂੰ ਪੈਰਾਂ ਦੇ ਕੇਸ ਰੱਖੇ ਹੋਏ ਨੇ? ਹਾਂਜੀ ਸਰ, ਮੇਰੇ ਜੂੜਾ ਜੀ। ਉਹਨੇ ਸਰ ਮੇਰੇ ਬਾਲਾਂ ਨੂੰ ਥੱਲੇ ਦੱਬ ਕੇ ਜੀ ਪੈਰਾਂ ਦੇ, ਮੈਨੂੰ ਲੱਤਾਂ ਤੋਂ ਇੱਕ ਤੋਂ ਮੁੰਡੇ ਤੋਂ ਨਾਲ ਦੇ ਤੋਂ ਪੁੱਠਾ ਕਰਾ ਕੇ ਉਹਨੇ ਤੇਲ ਪੈਟਰੋਲ ਪਾਇਆ ਜੀ ਮੇਰੇ ਬੈਗ ਤੇ। ਉਹਨੂੰ ਪਤਾ ਨਹੀਂ ਸੀ ਕਿ ਤੁਸੀਂ ਕੇਸ ਰੱਖੇ ਹੋਏ ਨੇ, ਇਹ ਸਾਡੀ ਸ਼ਾਨ ਹੈ, ਸਾਡੀ ਪੱਗ ਸਾਡੀ ਸ਼ਾਨ ਹੈ। ਮੈਨੂੰ ਸਰ ਆਪਣੀ ਪੱਗ ਲਾ ਕੇ ਕਹਿੰਦਾ ਸਾਲਿਓ ਕੋਨੇ ਮੋਨੇ ਹੋ ਜਾਓ, ਕਹਿੰਦਾ ਰੱਖਿਆ ਤੁਸੀਂ, ਕਹਿੰਦਾ ਬਾਲ ਇਹ, ਕਹਿੰਦਾ ਲਾਜ ਲਾਈ ਜਾਂਦੇ ਹੋ, ਕਹਿੰਦਾ ਇਹ ਕਟਾ ਦਿਓ, ਕਹਿੰਦਾ ਇਹ। ਇਹਨੂੰ ਵੀ ਨਹੀਂ ਕੁੱਟਿਆ ਪਰ ਥੋੜਾ ਕੁੱਟੇ ਤੇ ਪੈਰਾਂ ਪੂਰਾਂ ਤੇ ਮਾਰੀਆਂ ਜੀ ਡਾਂਗਾ, ਥੱਪੜ ਮਾਰਦੇ ਸੀਗੇ ਦੋਨੇ ਇਕੱਠੇ ਹੀ ਆ। ਗੱਲਾਂ ਦਾ ਅੰਦਰੋਂ ਮਾਸ ਮੂਸ ਫਟ ਗਿਆ ਜੀ ਇਹਦਾ, ਮੇਰਾ ਵੀ ਇੱਧਰੋਂ ਮਾਸ ਜਿਹਾ ਫਟ ਗਿਆ ਅੰਦਰੋਂ ਗੱਲ ਦੇ। ਦੀ ਇੰਨੀ ਬੇਅਬਦੀ ਕੀਤੀ ਇਹਨਾਂ ਨੇ, ਬਾਲਾਂ ਦੀ ਬੇਅਬਦੀ ਕੀਤੀ ਆ। ਇਹਦੇ ਜਾਣੀ ਕਿ ਜਿਹੜਾ ਸੀਗਾ ਆਪਾਂ ਨਾਂ ਨਹੀਂ ਲੈ ਸਕਦੇ ਵੀਰ ਦੇ, ਮਗਰ ਪਿੱਠ 'ਚ ਇਹਨਾਂ ਨੇ ਪੈਟਰੋਲ ਪਾਇਆ ਰਾਤ ਨੂੰ। ਮੈਂ ਕਹਿੰਦਾ ਗਲਾ ਇਜਾਜ਼ਤ ਨਹੀਂ ਦਿੰਦਾ ਬੋਲ। ਬਿਲਕੁਲ, ਅਗਰ ਵਾਕਈ ਅਸੀਂ ਬਾਹਰ ਖੜੇ ਸੀ, ਅਸੀਂ ਕਦੇ ਇਹਨਾਂ ਦੀ ਆਵਾਜ਼ਾਂ ਕੁੱਕਰ ਸੁਣ ਨਹੀਂ ਸਕਦੇ। ਸਾਨੂੰ ਇਹਨਾਂ ਨੇ ਉੱਥੋਂ ਧੱਕੇ ਨਾਲ ਕਹਿੰਦਾ ਥੋੜ੍ਹਾ ਅਸੀਂ ਪਰਚਾ ਦਰਜ ਕਰਾਂਗੇ, ਇਹ ਭੱਜ ਵਿੱਚ। ਸਤਿ ਸ਼੍ਰੀ ਅਕਾਲ ਜੀ, ਹਕੀਕਤ ਟੀਵੀ ਪੰਜਾਬੀ ਦੇਖ ਰਹੇ ਸਾਡੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਹਾਂ ਕਾਸੀ ਫਾਰੂਕੀ। ਬੀਤੇ ਦਿਨੀ ਸੰਦੌੜ ਹਲਕੇ ਦੀ ਪੁਲਿਸ ਦਾ ਇੱਕ ਅਜਿਹਾ ਚਿਹਰਾ ਸਾਹਮਣੇ ਆਇਆ ਜਿਸ ਤੋਂ ਬਾਅਦ ਪੁਲਿਸ ਕਾਰਗੁਜ਼ਾਰੀ ਦੇ ਉੱਤੇ ਵੱਡੇ ਸਵਾਲ ਖੜੇ ਹੋਏ ਨੇ। ਆਪਣੇ ਨਾਲ ਹੋਈ ਲੁੱਟ ਖੋਹ ਦਾ ਰਿਪੋਰਟ ਕਰਵਾਉਣ ਗਏ ਇੱਕ ਨੌਜਵਾਨ ਸਿਮਰਨ ਦੀ ਥਾਣੇ ਦੇ ਵਿੱਚ ਕੁੱਟਮਾਰ ਕੀਤੀ ਗਈ। ਆਪਣੀ ਰਿਪੋਰਟ ਕਰਵਾਉਣ ਗਿਆ ਸੀ, ਉਸ ਤੋਂ ਬਾਅਦ ਉਹਦੀ ਹੀ ਕੁੱਟਮਾਰ ਕਰਕੇ ਉਸ ਨੂੰ ਹਸਪਤਾਲ ਭਰਤੀ ਕਰਵਾ ਦਿੱਤਾ ਗਿਆ। ਕੀ ਮਾਮਲਾ ਹੈ, ਉਸ ਰਾਤ ਕੀ ਹੋਇਆ, ਕਿਸ ਤਰੀਕੇ ਦਾ ਤਸ਼ੱਦਦ ਜਿਹੜਾ ਪੁਲਸੀਆ ਅਸੀਂ ਕਹਿ ਸਕਦੇ ਕਿ ਤਾਲਿਬਾਨੀ ਤਸ਼ੱਦਦ ਸਿਮਰਨ ਦੇ ਉੱਤੇ ਹੋਇਆ, ਸਾਰੀ ਕਹਾਣੀ ਸਿਮਰਨ ਦੀ ਜ਼ੁਬਾਨੀ ਸੁਣਦੇ ਹਾਂ। ਸਿਮਰਨ, ਪਹਿਲਾਂ ਤਾਂ ਇਹ ਦੱਸੋ ਮਾਮਲਾ ਕੀ ਹੋਇਆ ਸੀ? ਸਰ ਮਾਮਲਾ ਸੀਗਾ ਜੀ, ਮੈਂ ਆਈ ਫਾਈਨਾਂਸ ਕੰਪਨੀ ਦੇ ਵਿੱਚ ਜੌਬ ਕਰਦਾ। ਉਹਦੇ ਪੈਸੇ ਦੇਣ ਮੈਂ ਨਾ ਆਪਣੇ ਸਾਡੇ ਕੰਪਨੀ ਵਾਲਿਆਂ ਨੇ ਕਿਹਾ ਸੀ, ਮੁੰਡਾ ਜਿਹੜਾ ਨਾਲ ਜੌਬ ਕਰਦਾ ਮਾਨਕੀ ਪਿੰਡ ਦਾ ਸਰ, ਉਹਨੂੰ ਪੈਸੇ ਫੜਾਉਣ ਆ ਰਿਹਾ ਸੀਗਾ ਜੀ। ਰਸਤੇ 'ਚ ਅਸੀਂ ਹੋਰ ਮੁੰਡੇ ਨੂੰ ਮਿਲਣਾ ਸੀ, ਉਹਨੂੰ ਅਸੀਂ 20,000 ਰੁਪਈਆ ਦੇਣਾ ਸੀਗਾ ਜੀ, ਸਾਡੀ ਕੋਈ ਡੀਲ ਸੀਗੀ। ਜਦੋਂ ਅਸੀਂ ਉਹਦੇ ਕੋਲ ਰੁਕੇ ਤਾਂ ਜੀ ਉਹਨੇ ਸਰ 4 ਮੁੰਡੇ ਹੋਰ ਆਏ ਜੀ ਉੱਥੇ ਗੱਡੀ ਦੇ ਵਿੱਚ, ਬਲੈਰੋ ਦੇ ਵਿੱਚ। ਉਹਨਾਂ ਨੇ ਸਾਡੇ ਨਾਲ ਇੱਥੇ ਲੁੱਟ ਖੋਹ ਦਾ ਮਾਮਲਾ ਹੋ ਗਿਆ ਜੀ। ਅਸੀਂ ਉਹਦੀ ਰਿਪੋਰਟ ਕਰਾਉਣ ਥਾਣੇ 'ਚ ਗਏ ਸੀਗੇ ਜੀ। ਇਹਨੂੰ ਮਾਸੀ ਦੇ ਮੁੰਡੇ ਨੂੰ ਗੱਡੀ 'ਚ ਆਪਣੀ 'ਚ ਨਾਲ ਲੈ ਗਏ ਸੀਗੇ ਬਲੈਰੋ ਦੇ ਵਿੱਚ। ਉੱਥੋਂ ਸਰ ਜਦੋਂ ਅਸੀਂ ਇਹ ਮਾਮਲੇ ਦੀ ਰਿਪੋਰਟ ਕਰਾਉਣ ਗਏ ਥਾਣੇ ਦੇ ਵਿੱਚ, ਜਦੋਂ ਵਾਪਸ ਉਹ ਕਹਿੰਦੇ ਮੌਕੇ 'ਤੇ ਪਹੁੰਚੋ, ਅਸੀਂ ਮੌਕਾ ਦੇਖਣ ਆ ਰਹੇ ਹਾਂ। ਜਦੋਂ ਸਰ ਮੌਕਾ ਦੇਖਣ ਆਏ ਤਾਂ ਸਾਨੂੰ ਵਾਪਸ ਨਾਲ ਲੈ ਗਏ ਜੀ ਉਹ ਥਾਣੇ 'ਚ। ਥਾਣੇ ਲਿਆ ਕੇ ਸਾਡੇ ਫੋਨ ਉਹਨਾਂ ਨੇ ਪਹਿਲਾਂ ਹੀ ਫੜ ਲਏ ਸੀਗੇ ਉੱਥੇ ਮੌਕੇ 'ਤੇ ਜੀ। ਫੋਨ ਫੜੇ ਤਾਂ ਸਰ ਉੱਥੇ ਸਾਨੂੰ ਪਹਿਲਾਂ ਪੁੱਛਦੇ ਰਹੇ, ਕਹਿੰਦੇ ਦੱਸੋ ਕੀ ਮਾਮਲਾ। ਮੈਂ ਕਿਹਾ ਜੀ ਆਹ ਘਟਨਾ ਹੋਈ ਆ ਸਾਰੀ। ਸਰ ਰਾਤ ਨੂੰ ਫਿਰ ਸਾਨੂੰ ਮੇਰੇ ਕੱਪੜੇ ਲਹਾ ਲਏ ਜੀ ਸਾਰੇ ਅਲੱਗ ਲਿਜਾ ਕੇ। ਕਿੰਨੇ ਵਜੇ ਦੀ ਘਟਨਾ ਸੀ ਜਦੋਂ ਤੁਹਾਡੀ ਪਹਿਲੀ ਵਾਰ ਜਿਹੜੇ ਕੱਪੜੇ ਉਤਵਾਰੇ, ਤੁਹਾਡੇ ਨੰਗਾ ਕੀਤਾ, ਤੁਹਾਨੂੰ ਅਲਫ ਨੰਗਾ ਕਰ ਲਿਆ? ਹਾਂਜੀ ਸਰ, ਮੈਨੂੰ ਅਲਫ ਨੰਗਾ ਕਰਕੇ ਜੀ ਹੱਥ ਮੇਰੇ ਪਿੱਛੇ ਬੰਨ੍ਹ ਲਏ ਜੀ ਡੱਬੀ ਵਾਲੇ ਪਰਨੇ ਨਾਲ, ਬਾਲ ਮੇਰੇ ਖੋਲ ਕੇ ਸਰ ਪਹਿਲਾਂ ਤਾਂ ਡਾਂਗਾ ਮਾਰੀਆਂ ਜੀ ਪੈਰਾਂ ਤੇ ਮੇਰੇ, ਫਿਰ ਮੈਨੂੰ ਕਹਿੰਦੇ ਭੱਜ, ਤੁਰ ਨਹੀਂ ਹੁੰਦਾ ਜੀ, ਫਿਰ ਮੇਰੇ ਡਾਂਗਾ ਮਾਰਦੇ ਸੀਗੇ ਜੀ। ਤੇ ਫਿਰ ਮੈਨੂੰ ਕਹਿੰਦੇ ਤੂੰ ਸਾਰਾ ਕੁਝ ਤੂੰ ਕੀਤਾ, ਇਹ ਤੇਰੀ ਉਹਨਾਂ ਨਾਲ, ਕਹਿੰਦੇ ਤੇਰਾ ਉਹਨਾਂ ਨਾਲ ਗਿੱਟ ਮਿੱਟ ਆ, ਤੁਸੀਂ ਜਾਣ ਕੇ ਝੂਠੀ ਇਹ ਬਣਾ ਰਹੇ ਹੋ, ਪੁਲਿਸ ਨੂੰ ਗੁੰਮਰਾਹ ਕਰਦੇ ਹੋ। ਵੀ ਤੁਸੀਂ FIR ਦਰਜ ਕਰਵਾਉਣ ਗਏ ਸੀ ਤੇ ਤੁਹਾਡੇ ਤੇ ਇਲਜ਼ਾਮ ਲਾਤਾ ਕਿ ਤੁਸੀਂ ਝੂਠੀ FIR ਕਰਵਾਉਣ ਆਏ ਹੋ? ਹਾਂਜੀ, ਝੂਠੀ FRI ਕਰਵਾ ਕੇ ਪੁਲਿਸ ਨੂੰ ਗੁੰਮਰਾਹ ਕਰਦੇ ਹੋ, ਬੰਦਿਆਂ ਨੂੰ ਤੁਸੀਂ ਜਾਣਦੇ ਹੋ ਵੀ ਤੁਸੀਂ ਘਟਨਾ ਕਰਵਾਈ ਹੈ ਇਹ ਸਾਰੀ। ਤੇ ਮੈਨੂੰ ਸਰ ਫਿਰ ਅਲਫ ਨੰਗਾ ਕਰਕੇ ਜੀ ਬਾਲ ਖੋਲ ਕੇ ਮੇਰੇ ਬਾਲ ਥੱਲੇ ਮੇਰੇ ਜੁੱਤੀਆਂ ਮਾਰਦੇ ਰਹੀ ਸਿਰ ਦੇ ਵਿੱਚ, ਸਿਰ 'ਚ ਫਿਰ ਮੈਨੂੰ ਪੈਰਾਂ ਦੇ ਕੇਸ ਰੱਖੇ ਹੋਏ ਨੇ? ਹਾਂਜੀ ਸਰ, ਮੇਰੇ ਜੂੜਾ ਜੀ, ਮੇਰੇ ਪੈਰਾਂ ਦੇ ਥੱਲੇ ਦੱਬ ਕੇ ਨਾ ਬਾਲ ਸਰ, ਮੈਨੂੰ ਪੁੱਠਾ ਕਰਕੇ ਜੀ ਲੱਤਾਂ ਖੋਲ ਕੇ ਮੇਰਾ ਪੈਟਰੋਲ ਪਾਇਆ ਜੀ ਉਹਨਾਂ ਨੇ 4-5 ਵਾਰ। ਕਿੱਥੇ ਪੈਟਰੋਲ ਪਾਇਆ? ਬੈਕ ਤੇ ਹੀ ਆ ਮੇਰੇ ਸਰ, ਲੈਟਰਿਨ ਵਾਲੀ ਜਗ੍ਹਾ ਤੇ ਜੀ। ਹਾਂਜੀ ਸਰ ਜੀ। ਤੇ ਮੈਨੂੰ ਸਾਰੀ ਰਾਤ ਬਾਰ-ਬਾਰ ਆਉਂਦੇ ਸੀਗੇ ਜੀ, ਕੁੱਟੀ ਜਾਂਦੇ। ਮੈਂ ਦੱਸਦਾ ਜੀ, ਫਿਰ ਕਹਿੰਦੇ ਤੂੰ ਝੂਠਾ ਸੁਣਦੇ ਹੀ ਨਹੀਂ ਸੀਗੇ ਜੀ ਗੱਲ। ਬਸ ਮਤਲਬ ਤੁਹਾਡੀ ਕੋਈ ਵੀ ਗੱਲ ਉਹਨਾਂ ਨੇ ਸਰ ਉਹਨਾਂ ਦੀ ਪੂਰੀ ਦਾਰੂ ਜੀ। ਕਹਿੰਦੇ ਤੂੰ ਮੂਡ ਖਰਾਬ ਕਰਤਾ, ਕਹਿੰਦੇ ਅੱਜ ਸਾਡਾ
ਦਾਰੂ ਪੀਤੀ ਸੀਗੀ ਸਾਰੇ ਜਣਿਆਂ ਦੀ ਇਹਨਾਂ ਦੀ ਜੀ। ਨਹੀਂ ਤੁਸੀਂ ਉੱਥੇ ਕੁਛ ਤਾਂ ਕਿਹਾ ਹੋਊਗਾ ਆਪਣੀ ਸਫਾਈ 'ਚ। ਸਰ ਮੈਂ ਇਹਨਾਂ ਨੂੰ ਸਫਾਈ 'ਚ ਇਹ ਕਿਹਾ ਵੀ ਸਰ ਤੁਸੀਂ ਜਿਹੜੇ ਮੁੰਡੇ ਦਾ ਮੈਂ ਨਾਂ ਲਿਖਵਾਇਆ ਹੋਇਆ ਵੀ ਉਹ ਮੁੰਡੇ ਨੂੰ ਮੈਂ ਜਾਣਦਾ ਵੀ ਤੁਸੀਂ ਉਹਨੂੰ ਲਿਆਓ ਚੱਕ ਕੇ, ਸਾਰਾ ਮਾਮਲਾ ਤੁਹਾਡੇ ਸਾਹਮਣੇ ਆ ਜਾਊਗਾ ਜੀ, ਵੀ ਤੁਸੀਂ ਮੈਨੂੰ ਇਦਾਂ ਟੌਰਚਰ ਨਾ ਕਰੋ, ਤੁਸੀਂ ਕੁੱਟੋ ਮਾਰੋ ਨਾ ਜੀ ਮੈਨੂੰ। ਇਹਨਾਂ ਨੇ ਸਰ ਕੋਈ ਗੱਲ ਹੀ ਨਹੀਂ ਸੁਣੀ ਜੀ ਮੇਰੀ, ਕਿਸੇ ਤਰ੍ਹਾਂ ਦੀ ਇਹ ਕੋਈ ਗੱਲ ਨਹੀਂ ਸੁਣੀ ਜੀ। ਤੇ ਫਿਰ ਉਹ ਰਾਤ ਸਿਮਰਨ ਕਿਵੇਂ ਲੰਗੀ ਸਾਰੀ ਰਾਤ ਤੁਹਾਡੀ? ਸਰ ਰਾਤ ਜੀ ਇਹਨਾਂ ਨੇ ਮੇਰੇ ਕਦੇ ਉਸ ਤੋਂ ਬਾਅਦ ਜਦੋਂ ਸਰ ਮੈਨੂੰ ਕਹਿੰਦੇ ਇੱਕ ਮੁੰਡਾ ਹੋਰ ਸੀਗਾ ਉਹਨੇ ਮੇਰੇ ਕੱਪੜੇ ਪਵਾਏ ਜੀ, ਉਸ ਤੋਂ ਬਾਅਦ ਵੀ ਮੇਰੇ ਗਿੱਟਿਆਂ ਦੇ ਉੱਪਰ ਕਦੇ ਖੜਦੇ ਸੀਗੇ ਜੀ, ਕਦੇ ਜ਼ੋਰ ਨਾਲ ਅੱਡੀ ਮਾਰਦੇ ਸੀ, ਕਦੇ ਫੜ ਕੇ ਮੇਰੇ ਢਿੱਡ ਦੇ ਵਿੱਚ ਕੂਣੀਆਂ ਮਾਰਦੇ ਸੀਗੇ ਜੀ। ਸਾਨੂੰ ਇਦਾਂ ਬਹੁਤ ਟੌਰਚਰ ਕਰਦੇ ਜੀ ਪੂਰੀ ਰਾਤ, ਕਦੇ ਫੜ ਕੇ ਹੱਥ ਮਰੋੜ ਦਿਆ ਕਰਨ ਜੀ ਉਂਗਲਾਂ, ਇਦਾਂ ਟੌਰਚਰ ਕਰਦੇ ਰਹੇ ਜੀ ਪੂਰੀ। ਕਦੇ ਸੋਚਿਆ ਸੀ ਕਿ ਤੁਸੀਂ ਜਿਸ ਤੋਂ ਇਨਸਾਫ ਦੀ ਗੁਹਾਰ ਲਗਾਉਣ ਜਾਂਦੇ ਹੋ ਉਹੀ ਤੁਹਾਡੇ ਨਾਲ ਇਹ ਕੁਝ ਕਰ ਦੇਗਾ? ਸਰ ਮੈਂ ਬਿਲਕੁਲ ਹੀ ਨਹੀਂ ਸੋਚਿਆ, ਮੈਂ ਸਗੋਂ ਅਸੀਂ ਕਦੇ ਥਾਣੇ ਵਾਲੇ ਰਾਹ ਹੀ ਨਹੀਂ ਸੀ ਪਏ ਜੀ। ਮੈਂ ਸੋਚਿਆ ਵੀ ਇਹ ਸਾਡੇ ਨਾਲ ਇਦਾਂ ਕਿਵੇਂ ਹੋ ਜਾਊਗਾ ਜੀ, ਅਸੀਂ ਤਾਂ ਸੱਚੇ ਆ ਜੀ। ਪਰ ਜਦੋਂ ਉਹ ਸਾਨੂੰ ਕੁੱਟਣ ਲੱਗੇ ਸਰ ਮੈਂ ਕਹਿੰਦਾ ਜੀ ਸਾਨੂੰ ਤਾਂ ਇਹ ਸੀਗਾ ਵੀ ਇੱਥੋਂ ਸਾਨੂੰ ਬਸ ਅਸੀਂ ਘਰੇ ਚਲੇ ਆਈਏ, ਵੀ ਜਿਹੜਾ ਕੋਈ ਜਾਂਦਾ ਜਾਵੇ ਜੀ। ਅਸੀਂ ਤਾਂ ਇੱਕ ਵਾਰ ਘਰਦਿਆਂ ਨੂੰ ਜਦੋਂ ਸਾਨੂੰ ਆਏ ਨਾ ਸਵੇਰੇ ਮਿਲਣਾ ਸੀ, ਮੈਂ ਕਿਹਾ ਸਾਨੂੰ ਇੱਥੋਂ ਕੱਢ ਲਓ ਬਸ, ਵੀ ਅਸੀਂ ਇੱਥੇ ਰਹਿਣਾ ਨਹੀਂ, ਕਿਤੇ ਅੱਜ ਰਾਤ ਨੂੰ ਫਿਰ ਨਾ ਪੀ ਕੇ ਸਾਨੂੰ ਕੁੱਟਣੇ, ਇੰਨਾ ਡਰ ਗਏ ਜੀ ਅਸੀਂ। ਇਹ ਤਾਂ ਬਹੁਤ ਹਵਾਨੀਅਤ ਇਹਨਾਂ ਦੀ, ਇਹ ਤਾਂ ਭੂਤ ਬਣ ਜਾਂਦਾ ਜੀ ਰਾਤ ਨੂੰ ਸਾਰੇ ਪੀ ਕੇ ਦਾਰੂ ਜੀ। ਅੱਛਾ ਹਾਂਜੀ। ਤੁਹਾਨੂੰ ਪਛਾਣ ਹੈਗੀ ਹੈ ਕਿਹਨਾਂ ਨੇ ਤੁਹਾਡੇ ਨਾਲ ਹੈਵਾਨੀਅਤ ਕੀਤੀ ਹੈ ਤੁਸੀਂ ਕਹਿ ਰਹੇ ਸਰ ਮੈਨੂੰ ਉਹਨਾਂ ਦੇ ਨਾਮ ਵੀ ਯਾਦ ਆ ਜੀ, ਉਹਨਾਂ ਦੇ ਇੱਥੇ ਬੈਚ ਲੱਗਿਆ ਸੀਗਾ ਨਾਮ ਦਾ, ਉਹ ਸਾਰਿਆਂ ਦੇ ਮੈਨੂੰ ਨਾਮ ਯਾਦ ਆ ਜੀ। ASI ਯਾਦਵਿੰਦਰ ਸਿੰਘ ਆ ਜੀ, ਉਹਨੇ ਮੈਨੂੰ ਬਹੁਤ ਜ਼ਿਆਦਾ ਕੁੱਟਿਆ ਜੀ, ਸਭ ਤੋਂ ਜ਼ਿਆਦਾ। ਉਹਨੇ ਕਿਵੇਂ ਕੁੱਟਿਆ? ਉਹਨੇ ਸਰ ਮੇਰੇ ਬਾਲਾਂ ਨੂੰ ਥੱਲੇ ਦੱਬ ਕੇ ਜੀ ਪੈਰਾਂ ਦੇ, ਮੈਨੂੰ ਲੱਤਾਂ ਤੋਂ ਇੱਕ ਤੋਂ ਮੁੰਡੇ ਤੋਂ ਨਾਲ ਦੇ ਤੋਂ ਪੁੱਠਾ ਕਰਾ ਕੇ ਉਹਨੇ ਤੇਲ ਪੈਟਰੋਲ ਪਾਇਆ ਜੀ ਮੇਰੇ ਬੈਕ ਤੇ, ਮੇਰੇ ਸਿਰ 'ਚ ਉਹਨੇ ਜੁੱਤੀਆਂ ਮਾਰੀਆਂ ਜੀ। ਨਾਲੇ ਉਹਨੂੰ ਪਤਾ ਨਹੀਂ ਸੀ ਕਿ ਤੁਸੀਂ ਕੇਸ ਰੱਖੇ ਹੋਏ ਨੇ, ਇਹ ਸਾਡੀ ਸ਼ਾਨ ਹੈ, ਸਾਡੀ ਪੱਗ ਸਾਡੀ ਸ਼ਾਨ ਹੈ। ਮੈਨੂੰ ਸਰ ਆਪਣੀ ਪੱਗ ਲਾ ਕੇ ਕਹਿੰਦਾ ਸਾਲਿਓ ਕੋਨੇ ਮੋਨੇ ਹੋ ਜਾਓ, ਕਹਿੰਦਾ ਰੱਖਿਆ ਤੁਸੀਂ, ਕਹਿੰਦਾ ਬਾਲ ਇਹ, ਕਹਿੰਦਾ ਲਾਜ ਲਾਈ ਜਾਂਦੇ ਹੋ, ਕਹਿੰਦਾ ਇਹ ਕਟਾ ਦਿਓ, ਕਹਿੰਦਾ ਗੰਦ ਪਾਇਆ ਤੁਸੀਂ, ਇਦਾਂ ਬੋਲਦਾ ਸੀਗਾ ਜੀ ਮੈਨੂੰ। ਵੀ ਜਿੰਨਾ ਗੰਦ ਬੋਲਦੇ ਆ ਜੀ ਮੈਂ ਦੱਸ ਨਹੀਂ ਸਕਦਾ ਵੀ ਕੀ ਕੁਛ ਕਰਦੇ ਆ ਜੀ ਉਹ। ਠੀਕ ਹੈ ਸਰ। ਇਹਨਾਂ ਨੇ ਕੌਣ ਸੀ? ਇਹ ਸਰ ਇੱਕ ਕੇਸਰ ਸਿੰਘ ਸੀਗਾ ਜੀ ਹੋਮਗਾਰਡ ਦਾ, ਇੱਕ ASI ਸੁਖਵਿੰਦਰ ਸਿੰਘ ਸੀਗਾ ਜੀ, ਇੱਕ ASI ਯਾਦਵਿੰਦਰ ਸਿੰਘ ਸੀਗਾ, ਇੱਕ ਆਪਣਾ ਸਿਪਾਹੀ ਗੁਰਦੀਪ ਸਿੰਘ ਸੀਗਾ ਜੀ। ਇਹ ਸੀਗੇ ਜੀ ਚਾਰੇ ਬੰਦੇ। ਤੇ ਫਿਰ ਉਸ ਤੋਂ ਬਾਅਦ ਜਦੋਂ ਤੁਸੀਂ ਥਾਣੇ ਦੇ ਵਿੱਚ ਰਹੇ ਅੱਧੀ ਰਾਤ ਤੱਕ, ਸਾਰੀ ਰਾਤ ਹੀ ਤੁਹਾਨੂੰ ਇਹੀ ਕੁਝ ਚੱਲਦਾ ਰਿਹਾ, ਇਹੀ ਤਸ਼ੱਦਦ ਚੱਲਦਾ ਰਿਹਾ? ਇਹੀ ਚੱਲਦਾ ਰਿਹਾ ਜੀ। ਉਹ ਮੁੰਡੇ ਇਹਨੂੰ ਇੱਕ ਦੋ ਹੋਰ ਸੀਗੇ ਮੁੰਡੇ, ਉਹ ਮੇਰੇ ਨਾਲ ਉਹਨਾਂ ਨੇ ਗੱਲਬਾਤ ਕੀਤੀ, ਕਹਿੰਦੇ ਯਾਰ ਤੁਹਾਨੂੰ ਨਜਾਇਜ਼ ਕੁੱਟੀ ਜਾਂਦੇ ਆ। ਉਹ ਕਹਿੰਦਾ ਮੇਰੀ ਇਹਦੇ ਨਾਲ ਬਣਦੀ ਨਹੀਂ, ASI ਨਾਲ ਯਾਦਵਿੰਦਰ ਨਾਲ, ਕਹਿੰਦਾ ਬੰਦਾ ਭੈੜਾ ਜਿਹਾ ਹੀ ਆ। ਕੌਣ ਕਹਿੰਦਾ? ਉਹ ਮੁੰਡੇ ਮੈਨੂੰ ਨਾਂ ਨਹੀਂ ਪਤਾ ਜੀ, ਉੱਥੇ ਮੁਲਾਜ਼ਮ ਹੀ ਸੀਗਾ ਜੀ ਕੋਈ ਉਹ। ਹਾਂਜੀ ਉਹਨੇ ਕੋਸ਼ਿਸ਼ ਕੀਤੀ ਪਰ ਉਹਦੀ ਚੱਲੀ ਨਹੀਂ ਜੀ, ਉਹ ਫਿਰ ਆ ਜਾਂਦਾ ਸੀਗਾ ਜੀ, ਦਾਰੂ ਦੇ ਨਸ਼ੇ 'ਚ ਸੀਗਾ ਜੀ। ਹਾਂਜੀ ਜੀ। ਪੂਰੀ ਦਾਰੂ ਪੀ, ਸਾਰਿਆਂ ਦੀ ਦਾਰੂ ਪੀਤੀ? ਹਾਂਜੀ ਸਾਰਿਆਂ ਦੀ ਦਾਰੂ। ਉਸ ਵੇਲੇ ਉੱਥੇ ਮੌਕੇ ਤੇ SHO ਹੈਗਾ ਸੀ? ਨਹੀਂ ਸਰ ਉਹ ਨਹੀਂ ਸੀਗੇ ਮੌਜੂਦ ਜੀ ਉੱਥੇ। ਫਿਰ ਤੁਸੀਂ ਤੱਕ ਨਹੀਂ ਆਏ ਜੀ ਉਹ। ਤੁਸੀਂ ਜਿਹੜਾ ਆਪਣੀ ਜਿਹੜੀ ਦੁਖਦ ਕਹਾਣੀ ਹੈ ਸਵੇਰੇ ਤਾਂ ਦੱਸੀ, ਸਵੇਰੇ ਤਾਂ SHO ਆਇਆ ਹੋਣਾ? ਨਹੀਂ ਸਰ ਉਹ ਪਹੁੰਚੇ ਹੀ ਨਹੀਂ ਜੀ, ਸਵੇਰ ਸ਼ਾਮ ਤੱਕ ਹੀ ਜਦੋਂ ਅਸੀਂ ਆ ਗਏ ਉਦੋਂ ਬਾਅਦ ਤੱਕ ਵੀ ਨਹੀਂ ਆਏ ਜੀ ਉਹ। ਤੇ ਫਿਰ ਸਭ ਤੋਂ ਮਿਲੇ ਨਹੀਂ ਜੀ ਉਹ, ਨਾ ਅਸੀਂ ਦੇਖੇ ਜੀ ਉੱਥੇ। ਜੀ। ਤੇ ਫਿਰ ਸਭ ਤੋਂ ਪਹਿਲਾਂ ਜਿਹੜੀ ਤੁਸੀਂ ਆਪਣੀ, ਤੁਹਾਡਾ ਜਦੋਂ ਪਤਾ ਲੱਗਿਆ ਕਿ ਤੁਹਾਡੇ ਤੇ ਇੰਨਾ ਤਸ਼ੱਦਦ ਹੋਇਆ, ਸਭ ਤੋਂ ਪਹਿਲਾਂ ਤੁਸੀਂ ਕਿਹਨੂੰ ਦੱਸਿਆ? ਸਰ ਮੇਰੇ ਘਰ ਦੇ ਆਏ ਅਗਲੇ ਦਿਨ ਸਵੇਰੇ, ਅਸੀਂ ਇੱਕ ਸਾਈਡ ਤੇ ਬੈਠੇ ਸੀਗੇ, ਮੈਂ ਬੈਠੀ ਰਹੇ, ਪਰ ਜਦੋਂ ਸ਼ਾਮ ਨੂੰ ਜਦੋਂ ਸਾਨੂੰ ਛਡਵਾਇਆ ਨਾ ਅਸੀਂ ਘਰ ਨੂੰ ਆਉਂਦੇ ਸੀਗੇ ਤਾਂ ਉਦੋਂ ਉਹਨਾਂ ਨੇ ਦੇਖਿਆ ਵੀ ਇਹਦੀ ਹਾਲਤ ਕੀ ਆ ਜੀ। ਫਿਰ ਜਿਹੜੇ ਮੇਰੇ ਮਾਮਾ ਜੀ ਦੇ ਬੇਟੇ ਆ ਨਾਲ ਸੀਗੇ, ਉਹ ਮੈਨੂੰ ਚੱਕ ਕੇ ਬਾਹਰ ਲੈ ਕੇ ਆਈ ਥਾਣੇ 'ਚ। ਉਦੋਂ ਫਿਰ ਇਹਨਾਂ ਨੂੰ ਪਤਾ ਲੱਗਿਆ ਵੀ ਇਹਨਾਂ ਦੀ ਇਹ ਹਾਲਤ ਆ ਜੀ, ਵੀ ਇਹਨਾਂ ਨੇ ਰਾਤ ਨੂੰ ਕੁੱਟਿਆ ਮਾਰਿਆ ਬਹੁਤ। ਇਹ ਵੈਸੇ ਇਹਨਾਂ ਨੂੰ ਰਾਤ ਨੂੰ ਵੀ ਪਤਾ ਲੱਗ ਗਿਆ ਸੀਗਾ, ਇਹ ਬਾਹਰ ਖੜੇ ਸੀ ਥਾਣੇ ਦੇ ਜਦੋਂ ਸਾਨੂੰ ਕੁੱਟਦੇ, ਮੇਰੇ ਕਹਿੰਦੇ ਵੀ ਚੀਕਾਂ ਸੁਣਦੀਆਂ ਸੀ ਬਾਹਰ ਤੱਕ ਸਾਨੂੰ। ਪਿੱਛੇ ਕਮਰਾ ਸੀਗਾ ਜੀ ਇੱਕ, ਉਹਦੇ ਵੱਡਾ ਸਾਰਾ ਦਰਵਾਜ਼ਾ ਲੱਗਿਆ, ਉੱਥੇ ਲੈ ਆ ਕੇ ਮੈਨੂੰ ਕੁੱਟਿਆ ਜੀ ਇਹਨਾਂ ਨੇ ਬੰਦ ਕਰਕੇ। ਤੁਹਾਡੀਆਂ ਜਿਹੜੀਆਂ ਚੀਕਾਂ ਦੀ ਆਵਾਜ਼, ਕੂਕਾਂ ਦੀ ਆਵਾਜ਼, ਤੁਹਾਡੇ ਤਰਲੇ ਕਰਦਿਆਂ ਦੀ ਆਵਾਜ਼ ਇਹਨਾਂ ਨੂੰ ਸੁਣਦੀ ਰਹੀ ਸਾਰੀ ਰਾਤ, ਲੇਕਿਨ ਇਹ ਵੀ ਬੇਬਸ ਰਹੇ? ਹਾਂਜੀ ਉਹ ਥਾਣੇ ਦਾ ਗੇਟ ਲਾਇਆ ਹੋਇਆ ਸੀਗਾ ਜੀ ਉਹਨਾਂ ਨੇ ਅੰਦਰੋਂ, ਕਹਿੰਦੇ ਅਸੀਂ ਕੁਝ ਕਰ ਹੀ ਨਹੀਂ ਸਕਦੇ ਸੀ। ਇਹ ਅਲੱਗ ਕਮਰੇ 'ਚ ਬੈਠਾ ਸੀ, ਇਹ ਘਬਰਾ ਗਿਆ ਜੀ, ਕਹਿੰਦਾ ਮੈਂ ਜਦੋਂ ਤੇਰੀਆਂ ਚੀਕਾਂ ਸੁਣੀਆਂ ਅਸੀਂ ਘਰੇ ਹਸਪੀਟਲ ਆਏ, ਇਹਨੇ ਮੈਨੂੰ ਦੱਸਿਆ ਬਾਅਦ 'ਚ ਵੀ ਮੈਨੂੰ ਵੀ ਇਦਾਂ ਹੀ ਕੁੱਟਣਗੇ ਇਹਨੂੰ ਵੀ ਨਹੀਂ ਕੁੱਟਿਆ ਪਰ ਥੋੜਾ ਕੁੱਟੇ ਤੇ ਪੈਰਾਂ ਪੂਰਾਂ ਤੇ ਮਾਰੀਆਂ ਜੀ ਡਾਂਗਾ, ਥੱਪੜ ਮਾਰਦੇ ਸੀਗੇ ਦੋਨੇ ਇਕੱਠੇ ਆ। ਗੱਲਾਂ ਦਾ ਅੰਦਰੋਂ ਮਾਸ ਮੂਸ ਫਟ ਗਿਆ ਜੀ ਇਹਦਾ, ਮੇਰਾ ਵੀ ਇੱਧਰੋਂ ਮਾਸ ਜਿਹਾ ਫਟ ਗਿਆ ਅੰਦਰੋਂ ਗੱਲ ਦੇ ਜੀ, ਜਿਹੜਾ ਮਾਰਿਆ ਉਹਨਾਂ ਨੇ ਜੀ ਮੂੰਹ ਦੇ ਉੱਪਰ। ਖੁੰਦਕ ਉਹਨਾਂ ਨੂੰ ਇੰਨੀ ਜ਼ਿਆਦਾ ਕਿਸ ਚੀਜ਼ ਦੀ ਖੁੰਦਕ ਆਈ ਹੋਈ ਸੀ? ਪਰ ਪਤਾ ਨਹੀਂ ਜੀ, ਕਹਿੰਦੇ ਤੁਸੀਂ ਝੂਠੀ ਅਫਵਾਹ ਫੈਲਾਉਣੇ, ਬਾਕੀ ਮੈਨੂੰ ਪਤਾ ਨਹੀਂ ਜੀ ਕੀ ਉਹਨਾਂ ਦੀ ਰੰਜੇ ਸੀਗੀ ਜੀ, ਕਾਹਤੋਂ ਇੰਨਾ ਜ਼ਿਆਦਾ ਕੁੱਟਿਆ ਜੀ। ਤੇ ਸਿਮਰਨ ਹੁਣ ਤੁਸੀਂ ਇੱਥੇ ਗੁਹਾਰ ਲਗਾ ਰਹੇ ਹੋ ਕਿਉਂਕਿ SC ਕਮਿਸ਼ਨ ਦੇ ਮੈਂਬਰ ਪੂਨਮ ਕਾਂਗੜ ਵੀ ਇੱਥੇ ਆਏ ਨੇ, ਤੇ ਕੀ ਇਨਸਾਫ ਦੀ ਮੰਗ ਤੁਸੀਂ ਕਰਦੇ ਹੋ? ਤੁਹਾਡੀ ਕੀ ਇਸ ਵੇਲੇ ਡਿਮਾਂਡ ਹੈਗੀ ਹੈ? ਸਰ ਸਾਨੂੰ ਕਾਨੂੰਨ ਦੇ ਤਹਿਤ ਜੋ ਵੀ ਇਹਨਾਂ ਨੂੰ ਬਣਦੀ ਸਜ਼ਾ ਮਿਲਣੀ ਚਾਹੀਦੀ ਹੈ ਜੀ। ਇਹ ਬੰਦੇ ਬਿਲਕੁਲ ਨੌਕਰੀ ਤੋਂ ਲੈਣੇ ਚਾਹੀਦੇ ਆ, ਇਹੋ ਜਿਹੇ ਲੋਕਾਂ ਦੀ ਲੋੜ ਨਹੀਂ ਜਿਹੜੇ ਸੱਚੇ ਬੰਦਿਆਂ ਨੂੰ ਕੁੱਟੀ ਜਾਂਦੇ ਜੀ ਥਾਣਿਆਂ ਦੇ ਵਿੱਚ, ਜਿਹੜੇ ਇਹ ਭੂਤ ਬੈਠੇ ਨੇ ਜੀ ਅੰਦਰ।
ਹਾਂਜੀ। ਉਹ ਸਾਡੇ ਨਾਲ ਜਿਹੜੇ ਸਿਮਰਨ ਦੇ ਪਰਿਵਾਰਿਕ ਮੈਂਬਰ ਵੀ ਨੇ। ਕੀ ਨਾਂ ਜੀ ਤੁਹਾਡਾ? ਮੇਰਾ ਨਾਮ ਸੁਖਦੇਵ ਸਿੰਘ ਨਾਮ ਜੀ। ਸੁਖਦੇਵ ਜੀ, ਇਹ ਦੱਸੋ ਕਿ ਆਖਿਰ ਤੁਹਾਡੇ ਬੇਟੇ, ਤੁਹਾਡੇ ਜਿਹੜੇ ਭਾਣਜੇ ਦੀ ਹੈ ਇੰਨੀ ਹਾਲਤ ਮਾੜੀ ਹੋਈ ਹੈ, ਕੀ ਲੱਗਦਾ ਤੁਹਾਨੂੰ? ਕੀ ਹੋ ਲੱਗਣਾ ਕਿ ਜੀ ਇੰਨੇ ਦਰਿੰਦੇ ਬੰਦੇ ਮੈਂ ਦੁਨੀਆ 'ਚ ਦੇਖੇ ਨਹੀਂ। ਸਾਡੇ ਜਵਾਕ ਦੀ ਇੰਨੀ ਬੇਅਬਦੀ ਕੀਤੀ ਇਹਨਾਂ ਨੇ, ਬਾਲਾਂ ਦੀ ਬੇਅਬਦੀ ਕੀਤੀ ਆ। ਇਹਦੇ ਜਾਣੀ ਕਿ ਜਿਹੜਾ ਸੀਗਾ ਆਪਾਂ ਨਾਂ ਨਹੀਂ ਲੈ ਸਕਦੇ ਵੀਰ ਦੇ, ਮਗਰ ਪਿੱਠ 'ਚ ਇਹਨਾਂ ਨੇ ਪੈਟਰੋਲ ਪਾਇਆ ਰਾਤ ਨੂੰ। ਮੈਂ ਕਹਿੰਦਾ ਗਲਾ ਇਜਾਜ਼ਤ ਨਹੀਂ ਦਿੰਦਾ ਬੋਲਣ। ਬਿਲਕੁਲ, ਅਗਰ ਵਾਕਈ ਅਸੀਂ ਬਾਹਰ ਖੜੇ ਸੀ, ਅਸੀਂ ਗਏ, ਇਹਨਾਂ ਦੀ ਆਵਾਜ਼ਾਂ ਕੁੱਕਰ ਸੁਣ ਨਹੀਂ ਸਕਦੇ। ਸਾਨੂੰ ਇਹਨਾਂ ਨੇ ਉੱਥੋਂ ਧੱਕੇ ਨਾਲ ਕਹਿੰਦੇ ਥੋੜ੍ਹਾ ਅਸੀਂ ਪਰਚਾ ਦਰਜ ਕਰਾਂਗੇ, ਨਹੀਂ ਭਾਜੋ ਇੱਥੋਂ। ਨਹੀਂ, ਤੁਹਾਨੂੰ ਡਰਾਇਆ ਧਮਕਾਇਆ ਵੀ ਉਹਨੇ? ਸਾਨੂੰ ਬਾਹਰ ਨਿਕਲ ਕਹਿੰਦੇ ਭਾਜੋ, ਨਹੀਂ ਤੁਹਾਡੇ ਪਰਚਾ ਕਰਾਂਗੇ। ਸਾਨੂੰ ਪਤਾ ਵੀ ਉਹ ਸਭ ਕਿਵੇਂ ਗਏ ਆ। ਨਹੀਂ, ਵਾਕਈ ਇੱਕ ਬੱਚੇ ਦਾ ਦਰਦ ਮਾਂ-ਬਾਪ ਜਾਂ ਬਜ਼ੁਰਗ ਹੀ ਸਮਝ ਸਕਦੇ ਨੇ। ਤੇ ਫਿਰ ਬੇਟੇ ਨੂੰ ਤਸੱਲੀ ਕਿਵੇਂ ਦਿੱਤੀ ਤੁਸੀਂ? ਤਸੱਲੀ ਇਹਨੂੰ ਕਿਹਾ ਪਤਾ ਕੋਈ ਨਹੀਂ, ਰਾਤ ਕੱਢ ਵੀ ਜਿਵੇਂ ਦੇਖੀ। ਹੁਣ ਫਿਰ ਮੈਂ ਸਵੇਰੇ ਜਦੋਂ ਨੂੰ ਛਡਾਇਆ 7 ਵਜੇ ਰਾਤ ਦਾ ਲੈ ਕੇ ਗਏ ਹੋਏ ਨੇ। ਇਹ 7 ਵਜੇ ਦਾ ਅੰਦਰ ਕੀਤਾ ਹੋਇਆ। ਦੂਜੇ ਦਿਨ ਅਸੀਂ ਜਾ ਕੇ ਇਹਨੂੰ 5 ਵਜੇ ਤੋਂ ਖੜਾ ਛਡਾਇਆ, 5:30 ਵਜੇ। ਫਿਰ ਮੈਂ ਜਦੋਂ ਇਹਦੀ ਹਾਲਤ ਦੇਖੀ, ਇਹ ਮੇਰੇ ਭਤੀਜੇ ਦੋ ਚੱਕ ਕੇ ਲਿਆਏ। ਫਿਰ ਇਹ ਕਦੇ ਵੀ ਪਿੰਡ ਨੂੰ ਚੱਲੀਏ, ਮੇਰਾ ਭਰਾ ਵੀ ਕਹਿੰਦਾ। ਮੈਂ ਕਿਹਾ ਵੀ ਨਹੀਂ, ਹੁਣ ਇਹਨੂੰ ਅੰਦਰ ਥੱਲੇ ਪਾ ਕੇ ਤਾਂ ਮਾਰਨੋਂ ਰਹੇ, ਵੀ ਇਹਦਾ ਇਲਾਜ ਤਾਂ ਕਰਾਈਏ। ਜੋ ਹੋ ਗਿਆ ਉਹ ਤਾਂ ਹੋ ਹੀ ਗਿਆ। ਹੁਣ ਵੀ ਮੈਂ ਇਹਨੂੰ ਉੱਥੇ ਸਰਕਾਰੀ 'ਚ ਲੈ ਕੇ ਜਾਊਂਗਾ। ਮੈਂ ਇਹਨੂੰ ਉੱਥੇ ਗੱਡੀ 'ਚ ਪਾਇਆ। ਇਹ ਮੇਰੇ ਮਾਮੇ ਦਾ ਦੋਤਾ ਜੀ ਹੈ, ਇਹ ਵੀ ਵਿਚਾਰੇ ਦੀ ਕੁੱਟਮਾਰ ਹੋਈ। 20,000 ਰੁਪਇਆ ਇਹ ਤੋਂ ਖੋਹ ਲਿਆ ਉਹਨਾਂ ਨੇ। ਅਜੇ ਕਹਿੰਦੇ ਵੀ ਤੁਸੀਂ ਨਜਾਇਜ਼ ਕਰਦੇ ਹੋ, ਤੁਸੀਂ ਝੂਠ ਬੋਲਦੇ ਹੋ। ਜਦੋਂ ਕੁੱਟ ਕੇ ਬਾਹਰ ਨਿਕਲਦੇ ਸੀ ਸਾਨੂੰ ਇਹ ਕਹਿੰਦੇ ਸੀ ਉਹ ਨਹੀਂ, ਉਹ ਝੂਠ ਬੋਲਦੇ ਨੇ, ਉਹ ਝੂਠ ਬੋਲਦੇ ਨੇ। ਅਸੀਂ ਇਹ ਗੱਲ ਕਹਿੰਦੇ ਰਹੇ, ਸਾਡਾ ਜਵਾਕ ਦਾ ਸਾਨੂੰ ਪਤਾ ਵੀ ਇਹ ਝੂਠ ਨਹੀਂ ਬੋਲਦਾ, ਬਿਲਕੁਲ ਸੱਚਾ। ਤੁਸੀਂ ਉਹਨੂੰ ਕੇਸਾਂ ਦੀ ਵੀ ਬੇਅਦਬੀ ਕੀਤੀ ਹੈ ਸਿਮਰਨ ਦਾ? ਬੇਅਦਬੀ ਤਾਂ ਮਰਨੇ ਚੰਗਾ ਜੀ। ਇੱਕ ਬੰਦੇ ਦੀ ਕੇਸਾਂ ਦੀ ਬੇਅਦਬੀ ਹੋ ਜਾਵੇ, ਉਹ ਫਿਰ ਕੀ ਕਰੂ? ਉਹ ਅਗਲਾ ਸੋਚੂ ਮੈਨੂੰ ਤਾਂ ਕਟਾ ਦੇਣੇ ਚਾਹੀਦੇ, ਵੀ ਗਾਂ ਨੂੰ ਮੇਰੇ ਨਾਲ ਇਹੋ ਜਿਹਾ ਦੁੱਖ ਨਾ ਹੋ ਜੇ। ਪਰ ਇਹਨਾਂ ਨੇ ਉਹ ਗੁੰਡਾਗਰਦੀ ਵਾਲੀ ਕੋਈ ਸਾਰੀਆਂ ਹੱਦਾਂ ਪਾਰ ਕਰਦੇ। ਕੋਈ ਉਸ ਮਾਲਕ ਨੇ ਉਹਨਾਂ ਨੇ ਸੋਚਿਆ ਆ ਕੇ ਵੀ ਐਸਐਚਓ ਨੂੰ ਵੀ ਦੇਖਣਾ ਚਾਹੀਦਾ ਸੀ ਵੀ ਮੈਂ ਇਸ ਦਾ ਮਾਲਕ ਹਾਂ, ਉੱਥੇ ਮੇਰੇ ਥਾਣੇ 'ਚ ਕੀ ਹੁੰਦਾ ਕੀ ਨਹੀਂ। ਰਾਤ ਤੋਂ ਲੈ ਕੇ ਦੂਜੇ 5 ਵਜੇ ਤੱਕ ਮੈਂ ਇਹਨੂੰ ਛੁਡਾ ਕੇ ਲਿਆਇਆ, ਕੋਈ ਗੱਲਬਾਤ ਨਹੀਂ। ਅੱਜ ਜੇ ਉਹਨਾਂ ਨੂੰ ਸਸਪੈਂਡ ਵੀ ਕਰਤਾ, ਕੁਛ ਵੀ ਕਰਤਾ, ਇੱਕ ਹੁੰਦਾ ਸਸਪੈਂਡ ਤਾਂ 2 ਨੂੰ ਕੀਤਾ ਇਹਨਾਂ ਨੇ, ਬਾਕੀ ਤਾਂ ਇਹਨਾਂ ਨੇ ਲੈਣ ਹਾਜ਼ਰ ਕੀਤੇ ਨੇ। ਕੱਲ੍ਹ ਉਹਦਾ 6 ਮਹੀਨੇ ਹਾਜ਼ਰ ਹੋ ਜਾਣਗੇ। ਪਰ ਇਹਦਾ ਕੀ ਹਾਲ ਹੋਊ? ਉਹ ਤਾਂ ਕੱਲ੍ਹ ਨੂੰ ਨੌਕਰੀ 'ਤੇ ਵੀ ਹਾਜ਼ਰ ਹੋ ਜਾਣਗੇ। ਪਰ ਇਹਨਾਂ ਦਾ ਹਾਲ ਦੱਸੋ ਕੀ ਕਰਾਂਗੇ ਅਸੀਂ, ਜਿਹੜਾ ਕਿ ਬੰਦਾ ਨਜਾਇਜ਼ ਕੁੱਟੇਗਾ। ਹੁਣ ਤੁਸੀਂ ਕੀ ਮੰਗ ਕਰਦੇ? ਮੈਂ ਕਹਿੰਦਾ ਇਹੋ ਜਿਹੇ ਬੰਦੇ ਨੂੰ ਫਾਂਸੀ ਹੋਣੀ ਚਾਹੀਦੀ ਹੈ। ਵੀ ਤੂੰ ਘੱਟ ਤਾਂ ਕੋਈ ਹਾਸਾ ਜਾਈ ਨਹੀਂ। ਜਿਹੜੀ ਇਹ ਗਾਲ ਕੱਢਦੇ ਨੇ ਬੰਦੇ ਨੂੰ, ਉਹ ਤਾਂ ਮਰ ਜਾਣਾ ਚੰਗਾ। ਤੁਹਾਨੂੰ ਵੀ ਗਾਲਾਂ ਕੱਢੀਆਂ ਨੇ? ਉਹ ਗਾਲਾਂ ਸਾਨੂੰ ਕਹਿੰਦੇ ਬਾਹਰ ਨਿਕਲੋ, ਤੇ ਇੱਥੇ ਆ ਕੇ ਇਕੱਠ ਕਰਕੇ ਖੜ ਗਏ। ਸਾਨੂੰ ਵੀ ਬਰਬਾਵਾਂਗੇ, ਭਾਜੋ ਨਹੀਂ ਕਹਿੰਦੇ 188 ਤੁਹਾਡੇ ਪਰਚਾ ਕਰ ਦਾਂਗੇ। ਅਸੀਂ ਕਿਹਾ ਵੀ ਜੇ ਸਾਨੂੰ ਵੀ ਅੰਦਰ ਕਰਕੇ ਫੜ ਕੇ ਇਹਨਾਂ ਨੇ ਕਰਤਾ ਵੀ ਫਿਰ ਤਾਂ ਜਿਵੇਂ ਅਸੀਂ ਵੀ ਦੋਨੇ ਭਰਾ ਅੰਦਰ ਚਲੇ ਗਏ। ਇਹ ਹਾਸਾ 'ਚ ਪਿਆ ਵੀ ਇਹ ਤਾਂ ਅੰਦਰ ਪਾ ਕੇ ਮਰ ਜੂ, ਇਹਦਾ ਇਲਾਜ ਕੌਣ ਕਰਾਊ? ਵੀ ਅਸੀਂ ਕਿਹਦੇ ਕੋਲ ਗੁਹਾਰ ਲਾਵਾਂਗੇ ਜੋ ਅਸੀਂ ਵੀ ਇਹਨਾਂ ਨੇ ਸਾਨੂੰ ਫੜ ਕੇ ਅੰਦਰ ਕਰਤਾ, ਵੀ ਕੋਈ ਸੁਣਵਾਈ ਤਾਂ ਹੀ ਨਹੀਂ। ਸੋ ਲੈਣ ਹਾਜ਼ਰ ਤੇ ਜਿਹੜਾ ਸਸਪੈਂਸ਼ਨ ਨਾਲ ਤੁਸੀਂ ਕਹਿ ਰਹੇ ਹੋ ਕਿ ਤੁਹਾਡੇ ਧਰਵਾਸ ਨਹੀਂ ਹੈ। ਕੀ ਧਰਵਾਸ ਆ ਜੀ? ਮੈਨੂੰ ਦੱਸੋ ਕੀ ਧਰਵਾਸ ਆ? ਉਹ ਤਾਂ ਜਿਉਂਦੇ ਫਿਰਦੇ ਨੇ। ਇਹੋ ਜਿਹੇ ਦਰਿੰਦੇ ਬੰਦੇ ਦੁਨੀਆ 'ਤੇ ਜਿਉਂਦੇ ਫਿਰਨ, ਸਾਡੀਆਂ ਅੱਖਾਂ ਦੇ ਸਾਹਮਣੇ ਫਿਰਨ, ਤੁਸੀਂ ਉਹਨੂੰ ਚਾਹੋਗੇ? ਤੁਸੀਂ ਆਪਦੇ 'ਤੇ ਲਾ ਲਓ ਪਹਿਲਾਂ ਵੀ। ਜੇ ਤੁਹਾਡੇ ਨਾਲ ਕੋਈ ਐਡੀ ਸਾਜ਼ਿਸ਼ ਹੁੰਦਾ ਵੀ ਤੁਹਾਡੇ ਉਹ ਬੰਦਾ ਜਿਉਂਦਾ ਤੁਹਾਨੂੰ ਰਾਹ 'ਚ ਦਿਸ ਪਵੇ, ਤੁਸੀਂ ਕੀ ਕਰੋਗੇ? ਇੱਕ ਨਜਾਇਜ਼ ਬੰਦੇ ਨਾਲ ਹੋਈ ਹੋਵੇ, ਉਦੋਂ ਕਹਿੰਦਾ ਵੀ ਮੈਂ ਮਾਰ ਦਿਆਂ ਭੈਣ ਜੇ ਮਰ ਜਾ। ਸੋ ਫਿਰ ਹੁਣ ਤੁਸੀਂ ਅੱਜ ਇੱਥੇ ਐਸੀ ਕਮਿਸ਼ਨ ਦੇ ਜਿਹੜੇ ਮੈਂਬਰ ਵੀ ਹੈਗੇ ਨੇ, ਪੂਨਮ ਕਾਂਗੜ ਹੋ ਰਹੇ ਵੀ ਆਏ ਨੇ, ਉਹਨਾਂ ਨੇ ਵੀ ਰਿਕਮੈਂਡੇਸ਼ਨ ਕੀਤੀਆਂ ਹੈਗੀਆਂ ਨੇ ਮਾਮਲਾ ਦੇਖਣ ਤੋਂ ਬਾਅਦ, ਗੱਲਬਾਤ ਕਰਨ ਤੋਂ ਬਾਅਦ। ਤੁਹਾਡੀ ਕੀ ਮੰਗ ਹੈ? ਪਰਿਵਾਰ ਵਾਂਗੂ ਹੁਣ ਕੀ ਮੰਗ ਹੈ? ਪਰਿਵਾਰ ਵਾਂਗੂ ਮੰਗਦਾ ਹੀ ਹੈ ਜੀ, ਇਹਨਾਂ ਨੂੰ ਜਿਹੜੀ ਸਜ਼ਾ ਨਹੀਂ ਅੱਜ ਤੱਕ ਮਿਲੀ ਉਹ ਮਿਲਣੀ ਚਾਹੀਦੀ ਇਹਨਾਂ ਬੰਦਿਆਂ ਨੂੰ। ਇਹ ਬੰਦੇ ਗਾਹਾਂ ਨੂੰ ਕੋਈ ਇਹੋ ਜਿਹਾ ਘਿਨਾਉਣਾ ਕੋਈ ਕੰਮ ਨਾ ਕਰੇ। ਪਰ ਮੈਂ ਕਹਿੰਦਾ ਇਹ ਲੋਕ ਹਟ ਨਹੀਂ ਸਕਦੇ। ਇੱਕ ਮੈਨੂੰ ਦੱਸੋ, ਇੱਕ ਮੈਂ ਤੁਹਾਡੇ ਕੋਲ ਬੇਨਤੀ ਕਰਨਾ ਚਾਹੁੰਦਾ ਵੀ ਇਹ ਲੋਕ ਸ਼ਰਾਬ ਪੀ ਕੇ ਡਿਊਟੀਆਂ ਕਰਦੇ ਨੇ। ਅਗਰ ਕੋਈ ਹੋਰ ਸ਼ਰਾਬ ਪੀ ਕੇ ਕਿਤੇ ਚਲਾ ਜਾਂਦਾ ਅਗਲਾ ਕਹਿੰਦਾ ਸ਼ਰਾਬ ਪੀਤੀ ਹੈ। ਇਹਨਾਂ ਨੂੰ ਲਾਊਡ ਆ ਸ਼ਰਾਬ ਪੀ ਕੇ ਡਿਊਟੀ ਕਰਨ ਦੀ? ਪੁਲਿਸ ਨੂੰ ਡਾਊਟ ਆ? ਪਹਿਲਾਂ ਮੈਂ ਦੱਸੋ ਵੀ ਇਹਨਾਂ ਲੋਕਾਂ ਨੂੰ ਪੁੱਛੋ ਜਾ ਕੇ, ਇਹਨਾਂ ਦੇ ਅਫਸਰਾਂ ਨੂੰ ਪੁੱਛੋ ਜਾ ਕੇ ਵੀ ਸ਼ਰਾਬ ਪੀ ਕੇ ਅਸੀਂ ਡਿਊਟੀਆਂ ਕਰਦੇ ਹਾਂ, ਅਸੀਂ ਲੋਕਾਂ ਨੂੰ ਸ਼ਰਾਬ ਪੀ ਕੇ ਕੁੱਟਮਾਰ ਕਰਦੇ ਹਾਂ, ਵੀ ਇਹ ਜਾਇਜ਼ ਹੈ? ਜੇ ਕੋਈ ਹੋਰ ਬੰਦਾ ਸ਼ਰਾਬ ਪੀ ਕੇ ਤਾਂ ਮਾੜਾ ਮੋਟੀ ਗਲਤੀ ਹੋਈ ਤਾਂ ਉਹਨੂੰ ਫੜ ਕੇ ਅੰਦਰ ਕਰ ਦਿਓ, ਇਹਦੇ ਜੁੱਤੀਆਂ ਮਾਰੋ। ਜੋ ਇਹਨੂੰ ਗਾਲਾਂ ਕੱਢੀਆਂ, ਸਾਡੀ ਕੋਈ ਜ਼ਿੰਦਗੀ ਨਹੀਂ ਹੈ। ਜਿੰਨਾ ਅੱਤਵਾਦ ਫੈਲਿਆ ਜਾਂ ਜਿੰਨਾ ਬਾਅਦ ਕੋਈ ਗੱਲਬਾਤ ਹੁੰਦੀ ਆ, ਉਹ ਕਿਉਂ ਹੁੰਦਾ? ਇਹਨਾਂ ਲੋਕਾਂ ਦੇ ਕਾਰਨ ਫੈਲਿਆ, ਇਹਨਾਂ ਲੋਕਾਂ ਦੇ ਕਾਰਨ ਫੈਲਣਾ। ਅੱਜ ਜਵਾਕ ਦੀ ਇੰਨੀ ਬੇਅਬਦੀ ਹੋ ਗਈ, ਇਹਦੇ ਕੇਸ, ਇਹਦੇ ਮਗਰ ਪੈਟਰੋਲ ਪਾਇਆ ਗਿਆ, ਪੁੱਠਾ ਕਰਕੇ। ਸੋ ਸਾਡੇ ਨਾਲ ਇੱਥੇ ਜਿਹੜੇ
ਅਨੁਸੂਚਿਤ ਜਾਤੀ ਕਮਿਸ਼ਨ ਦੇ ਜਿਹੜੇ ਮੈਂਬਰ ਨੇ ਪੂਨਮ ਕਾਂਗੜ ਜੀ ਵੀ ਇਸ ਸਿਮਰਨ ਦੀ ਹਾਲ-ਚਾਲ ਖਬਰ ਜਾਣਨ ਪਹੁੰਚੇ ਨੇ। ਮੈਮ, ਤੁਸੀਂ ਸੁਣੀ ਹੀ ਹੈ ਸਾਰੀ ਕਹਾਣੀ, ਕੀ ਕਹਾਣੀ ਹੋਈ ਹੈ? ਸਿਮਰਨ ਦਾ ਕਹਿਣਾ ਹੈ ਕਿ ਕੇਸਾਂ ਦੀ ਵੀ ਬੇਅਦਬੀ ਬਹੁਤ ਬੁਰੇ ਤਰੀਕੇ ਨਾਲ ਹੋਈ ਹੈ, ਕੀ ਕਹੋਗੇ ਹੁਣ ਤੁਸੀਂ? ਮੈਂ ਤਾਂ ਇਹੀ ਕਹੂੰਗੀ ਵੀ ਜਿਨ੍ਹਾਂ ਨੇ ਵੀ ਇਹਨਾਂ ਨੂੰ ਉਹ ਕੀਤੀ ਹੈ ਉਹਨਾਂ ਉੱਤੇ ਕੇਸ ਰਜਿਸਟਰ ਹੋਣਾ ਚਾਹੀਦਾ, ਐਸਸੀ ਐਕਟ ਦਾ ਪਰਚਾ ਵੀ ਦਰਜ ਹੋਣਾ ਚਾਹੀਦਾ, ਜੋ ਵੀ ਉਹਦੇ ਤੇ ਧਾਰਾ ਲੱਗਣੇ ਚਾਹੀਦੇ ਨੇ ਉਹ ਲੱਗਣੇ ਚਾਹੀਦੇ ਨੇ। ਇਹ ਮੁੰਡੇ ਨੂੰ ਇਨਸਾਫ ਮਿਲਣਾ ਚਾਹੀਦਾ ਹੈ, ਕਿਉਂਕਿ ਜੋ ਵੀ ਉਹ ਐਸਐਚਓ ਆ ਉਹਨੂੰ ਲੈਣ ਹਾਜ਼ਰ ਕਰਨਾ ਚਾਹੀਦਾ ਹੈ, ਚਾਰਾਂ ਨੂੰ ਉਹ ਤੋਂ ਸਸਪੈਂਡ ਕਰਨਾ ਚਾਹੀਦਾ ਹੈ। ਜੀ ਜੀ। ਤੇ ਜਿਸ ਤਰੀਕੇ ਨਾਲ ਕਹਿ ਰਿਹਾ ਹੈ ਇਹ ਕਿ ਮੇਰੇ ਕੇਸਾਂ ਦੀ ਵੀ ਬੇਅਦਬੀ ਕੀਤੀ ਗਈ, ਮੈਨੂੰ ਗਾਲਾਂ ਵੀ ਕੱਢੀਆਂ ਗਈਆਂ, ਪਰਿਵਾਰ ਨੂੰ ਵੀ ਧਮਕਾਇਆ ਗਿਆ, ਤੇ ਇਸ ਬਾਬਤ ਤੁਹਾਡੀ ਪ੍ਰਸ਼ਾਸਨ ਨਾਲ ਹੁਣ ਗੱਲ ਹੋਈ ਹੈ ਕੋਈ? ਪ੍ਰਸ਼ਾਸਨ ਨਾਲ ਮੇਰੀ ਗੱਲ ਹੋਈ ਹੈ, ਉਹ ਕਹਿੰਦੇ ਅਸੀਂ ਪੂਰੀ ਉਹਦੀ ਇਨਕੁਆਇਰੀ ਕਰਕੇ, ਮੈਂ ਬੁੱਧਵਾਰ ਦਾ ਟਾਈਮ ਦਿੱਤਾ ਉਹਨਾਂ ਨੂੰ ਵੀ ਉਹ ਪੂਰੀ ਆਪਣੀ ਇਨਕੁਆਇਰੀ ਕਰਕੇ ਮੇਰੇ ਕੋਲ ਬੁੱਧਵਾਰ ਨੂੰ ਆਣਗੇ 13 ਤਰੀਕ ਨੂੰ ਲੈ ਕੇ ਸਾਰੀ ਕੇਸ ਦੀ। ਇਹ ਕੱਲ੍ਹ ਹੀ ਸਾਡੇ ਧਿਆਨ ਦੇ ਵਿੱਚ ਆਇਆ ਸੀਗਾ ਕਿ ਸਿਮਰਨਜੀਤ ਸਿੰਘ ਨਾਂ ਦੇ ਲੜਕੇ ਦੇ ਨਾਲ ਥਾਣਾ ਸੰਦੌੜ ਦੇ ਕੁਝ ਕਰਮਚਾਰੀਆਂ ਨੇ ਮਾਰਕੁੱਟ ਕੀਤੀ ਹੈ, ਜਿਹਦੇ ਸੰਬੰਧ ਵਿੱਚ ਫੌਰੀ ਐਕਸ਼ਨ ਲੈਂਦੇ ਹੋਏ ਏਐਸਆਈ ਸੁਖਵਿੰਦਰ ਸਿੰਘ ਜਿਹੜੇ ਹੈਗੇ ਨੇ ਉਹਨਾਂ ਨੂੰ ਸਸਪੈਂਡ ਕੀਤਾ ਗਿਆ। ਉਸ ਤੋਂ ਇਲਾਵਾ ਏਐਸਆਈ ਯਾਦਵਿੰਦਰ ਸਿੰਘ ਤੇ ਕਾਂਸਟੇਬਲ ਗੁਰਦੀਪ ਸਿੰਘ ਇਹਨਾਂ ਨੂੰ ਪੁਲਿਸ ਲਾਈਨ 'ਚ ਟ੍ਰਾਂਸਫਰ ਕੀਤਾ ਗਿਆ, ਤੇ ਇੱਕ ਕੇਸਰ ਸਿੰਘ ਜਿਹੜੇ ਹੋਮਗਾਰਡ ਦੇ ਮੁਲਾਜ਼ਮ ਨੇ ਇਹਨਾਂ ਦੇ ਜਿਹੜਾ ਯੂਨਿਟ ਹੈਗਾ, ਜਿਹੜਾ ਇਹਨਾਂ ਦੇ ਹੋਮਗਾਰਡ ਦੇ ਕਮਾਂਡਰ ਸਾਹਿਬ ਨੇ ਉਹਨਾਂ ਨੂੰ ਲਿਖ ਕੇ ਭੇਜਿਆ ਗਿਆ ਕਿ ਉਹ ਇਹਨਾਂ ਦੇ ਖਿਲਾਫ ਡਿਸਪਲਿਨਰੀ ਐਕਸ਼ਨ ਲੈਣਗੇ। ਉਸ ਤੋਂ ਇਲਾਵਾ ਬਾਕੀ ਜਿਹੜੀ ਚੀਜ਼ ਹੈ ਉਹਦੀ ਸਾਰੇ ਦੀ ਵੈਰੀਫਿਕੇਸ਼ਨ ਕਰ ਰਹੇ ਹਾਂ, ਵੈਰੀਫਿਕੇਸ਼ਨ ਕਰਕੇ ਜੋ ਵੀ ਸਹੀ ਕਾਰਵਾਈ ਬਣਦੀ ਹੈ ਉਹ ਜ਼ਰੂਰ ਕੀਤੀ। ਤੋ ਇਹ ਸਨ ਸਿਮਰਨ ਦਾ ਪਰਿਵਾਰ, ਜਿਨ੍ਹਾਂ ਨੇ ਕਿਹਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਸ ਮਾਮਲੇ ਦੀ ਪੂਰੀ ਤਰੀਕੇ ਨਾਲ ਪੈਰਵਾਈ ਕੀਤੀ ਜਾਏਗੀ, ਔਰ ਜੇਕਰ ਇਨਸਾਫ ਨਾ ਮਿਲਿਆ ਤਾਂ ਜੋ ਵੀ ਬਣਦੀ ਕਾਰਵਾਈ ਹੈ ਇਸ ਪਰਿਵਾਰ ਦੇ ਨਾਲ ਐਸੀ ਕਮਿਸ਼ਨ ਹੈ ਜਿਹੜਾ ਮੋਢੇ ਨਾਲ ਮੋਢਾ ਲਾ ਕੇ ਖੜੂਗਾ, ਤੇ ਅਗਰ ਕਿਸੇ ਪੱਖੋਂ ਕੋਈ ਵੀ ਕੋਤਾਹੀ ਜਾਂ ਕਿਸੇ ਤਰੀਕੇ ਦੀ ਕੋਈ ਅਣਗਹਿਲੀ ਪ੍ਰਸ਼ਾਸਨ ਵੱਲੋਂ ਵਰਤੀ ਗਈ ਤਾਂ ਉਸ ਨੂੰ ਬਿਲਕੁਲ ਵੀ ਬਰਦਾਸ਼ਤ ਨਹੀਂ ਕੀਤਾ ਜਾਏਗਾ। ਕਾਸਿਫ ਫਾਰੂਕੀ, ਹਕੀਕਤ ਟੀਵੀ ਪੰਜਾਬੀ, ਮਲੇਰਕੋਟਲਾ।